ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਰਨੀ ਜੋ ਗੁਰ ਇਤਿਹਾਸ ਹੈ ਉਹਨਾਂ ਆਪ ਆਪਣੇ ਤਨ ਤੇ ਹੰਡਾ ਕੇ ਦਿਖਾਇਆ ਹੈ। ਇੱਕ ਬਚਨ, ਇੱਕ ਸ਼ਬਦ ਉਹਨਾਂ ਦਾ ਸਾਰਾ ਜੀਵਨ ਹੈ। ਉਹ ਸ਼ਬਦ ਕਿਹੜਾ ਹੈ? ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਦੁੱਖ ਆਇਆ, ਦੁੱਖ ਦੇ ਵਿੱਚ ਦੁੱਖ ਮਨਾਇਆ ਨਾ ਜਾਏ, ਦੁੱਖ ਦੇ ਵਿੱਚ ਦੁੱਖ ਦਾ ਅਨੁਭਵ ਨਾ ਹੋਵੇ। ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ ਆਖੋ ਵਾਹਿਗੁਰੂ। ਸੁਖ ਨਾਲ ਕੋਈ ਪਕੜ ਨਹੀਂ ਹੈ, ਕਿਸੇ ਤੋਂ ਡਰਦਾ ਨਹੀਂ ਹੈ, ਸੋਨੇ ਅਤੇ ਮਿੱਟੀ ਨੂੰ ਇੱਕੋ ਜਿਹਾ ਸਮਝਦਾ ਹੈ। ਸੰਤ ਤੁਕਾਰਾਮ ਹੋਏ ਹਿੰਦੂ ਮੱਤ ਵਿੱਚ, ਉਹਨਾਂ ਦੀ ਧਰਮ ਪਤਨੀ ਜਾ ਰਹੇ ਸੀ, ਸਾਹਮਣੇ ਰੂੜੀ ਦੇ ਢੇਰ ਦੇ ਉੱਤੇ ਇੱਕ ਸੋਨੇ ਦਾ ਹਾਰ ਪਿਆ ਤੇ ਸੰਤ ਤੁਕਾਰਾਮ ਦੇ ਮਨ ਵਿੱਚ ਆਇਆ ਇਸਤਰੀ ਜਾਤ ਹੈ, ਹੋ ਸਕਦਾ ਹੈ ਸੋਨੇ ਦੇ ਨਾਲ ਮੋਹ ਹੈ, ਖਿੱਚਿਆ ਨਾ ਜਾਏ। ਉਹਨਾਂ ਮਿੱਟੀ ਦੀ ਢੇਰੀ ਉਸ ਸੋਨੇ ਦੇ ਹਾਰ ਤੇ ਪੱਗ ਦੀ ਢੱਕ ਦਿੱਤਾ। ਧਰਮ ਪਤਨੀ ਕਹਿਣ ਲੱਗੀ ਇਹ ਕੀ ਕਰ ਰਹੇ, ਮਿੱਟੀ ਤੇ ਮਿੱਟੀ ਪਾ ਰਹੇ। ਸੰਤ ਤੁਕਾਰਾਮ ਕਹਿਣ ਲੱਗੇ ਮੈਨੂੰ ਤਾਂ ਸੋਨਾ ਨਜ਼ਰ ਆਇਆ, ਤੇਰੀ ਅਵਸਥਾ ਮੇਰੇ ਤੋਂ ਬਹੁਤ ਅੱਗੇ ਲੰਘ ਗਈ, ਤੈਨੂੰ ਇਹ ਮਿੱਟੀ ਨਜ਼ਰ ਆਈ ਹੈ। ਕੰਚਨ ਮਾਟੀ ਮਨ ਹੈ। ਕਿਤੇ ਐਸੀ ਨਿਗਾਹ ਬਣ ਜਾਏ ਸੋਨਾ ਅਤੇ ਮਿੱਟੀ ਸਾਨੂੰ ਇੱਕੋ ਨਜ਼ਰ ਆ ਜਾਏ, ਉੱਥੇ ਰੱਬ ਆ ਕੇ ਪ੍ਰਗਟ ਹੁੰਦਾ ਜੇ। ਇਹ ਸਾਰੇ ਸ਼ਬਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬ੍ਰਹਮ ਦਾ ਨਿਵਾਸ ਕਿਵੇਂ ਹੁੰਦਾ। ਸੁਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਨ ਨੈ ਨਿੰਦਿਆ ਨੇ ਉਸ ਤੋਂ ਜਾ ਕੇ ਲੋਭ ਮੋਹ ਅਭਿਮਾਨਾ। ਜੇ ਅੰਦਰ ਰੱਬ ਪ੍ਰਗਟ ਕਰਨਾ ਚਾਹੁੰਦੇ ਹੋ ਫਿਰ ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਕਿਸੇ ਮਨੁੱਖ ਦੀ ਝੂਠੀ ਖੁਸ਼ਾਮਦ ਭੁੱਲ ਕੇ ਵੀ ਨਾ ਕਰਨੀ। ਸਾਨੂੰ ਵਰਜਤ ਹੈ ਕੇਵਲ ਨਿਰੰਕਾਰ ਦੀ ਉਸਤਤ ਕਰਨੀ ਹੈ। ਲੋਭ ਤੋਂ ਬਚਣਾ ਹੈ, ਮੋਹ ਤੋਂ ਬਚਣਾ ਹੈ, ਹੰਕਾਰ ਤੋਂ ਬਚਣਾ ਹੈ। ਔਗੁਣ ਛੱਡਣੇ ਪੈਣਗੇ, ਫਿਰ ਰੱਬ ਅੰਦਰ ਪ੍ਰਗਟ ਹੋਏਗਾ। ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ ਆਖੋ ਵਾਹਿਗੁਰੂ। ਖੁਸ਼ੀ ਅਤੇ ਗਮੀ ਦੇ ਵਿੱਚ ਨਿਰਲੇਪ ਹੋ ਜਾਏ, ਖੁਸ਼ੀ ਵਿੱਚ ਨੱਚੇ ਟੱਪੇ ਨਾ, ਗਮੀ ਦੇ ਵਿੱਚ ਉਦਾਸ ਨਾ ਹੋਵੇ। ਨਿਰਲੇਪਤਾ ਵਾਲੀ ਅਵਸਥਾ। ਇੱਜ਼ਤ ਹੋ ਰਹੀ ਹੈ, ਖੁਸ਼ ਨਾ ਹੋਵੇ, ਕਿਤੇ ਬੇਇੱਜ਼ਤੀ ਹੋਊਗੀ ਅੰਦਰਲਾ ਕਲਪੇ ਨਾ, ਦੁਖੀ ਨਾ ਹੋਵੇ। ਐਸਾ ਸਮਤੋਲ ਬਣ ਜਾਏ ਜੀਵਨ ਦਾ। ਹਰ ਇੱਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ। ਦੁਨੀਆ ਦੀ ਆਸਾ ਤੋਂ ਉੱਪਰ ਉੱਠ ਜਾਏ। ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਨੁਕਤਾ, ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਨਾ, ਫਿਰ ਇੱਕੋ ਹੀ ਪੰਕਤੀ 'ਚ ਕਹਿ ਗਏ ਆਸਾ ਮਾਹੇ ਨਿਰਾਸ਼ ਵਲਾਏ, ਨਿਹਚੋ ਨਾਨਕ ਕਰਤੇ ਪਾਏ। ਯਕੀਨਨ ਤੈਨੂੰ ਰੱਬ ਮਿਲ ਸਕਦਾ, ਦੁਨੀਆ ਦੀ ਆਸਾ ਤੋਂ ਨਿਰਾਸ਼ ਹੋ ਜਾ। ਨਿਹਚੋ ਨਾਨਕ, ਰੱਬ ਯਕੀਨਨ ਮਿਲੇਗਾ, ਮਿਲੇਗਾ। ਆਸਾ ਵਿੱਚ ਹੀ ਤਾਂ ਦੁੱਖ ਜੇ। ਮੈਨੂੰ ਆ ਵੀ ਚਾਹੀਦਾ, ਆ ਵੀ ਚਾਹੀਦਾ, ਦੌੜ ਲੱਗੀ ਹੋਈ ਹੈ। ਸਿਮਰਨ ਕਿੱਥੋਂ ਚੱਲੇ ਸਾਡਾ? ਆਸਾ ਵਿੱਚ ਅਤ ਦੁੱਖ ਕਣਾ, ਮਨਮੁਖ ਚਿਤ ਲਾਇਆ। ਮਨਮੁਖ ਦਾ ਚਿਤ ਦੁਨੀਆ ਦੀ ਇੱਛਾ ਦੇ ਵਿੱਚ ਹੀ ਹੈ। ਗੁਰਮੁਖ ਪਏ ਨਿਰਾਸ਼, ਪਰਮ ਸੁਖ ਪਾਇਆ ਆਖੋ ਵਾਹਿਗੁਰੂ। ਗੁਰਮੁਖ ਆਸਾ ਤੋਂ ਨਿਰਾਸ਼ ਹੋ ਗਿਆ, ਕੁਛ ਨਹੀਂ ਮੈਨੂੰ ਚਾਹੀਦਾ, ਕੇਵਲ ਤੂੰ ਚਾਹੀਦਾ, ਤੇਰੀ ਯਾਦ ਨਾ ਭੁੱਲੇ। ਉਹ ਪਰਮ ਸੁਖ ਗੁਰਮੁਖ ਦੀ ਝੋਲੀ 'ਚ ਪੈਂਦਾ ਜੇ। ਇਹ ਤਾਂ ਬੰਧਨ ਹੈ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ। ਇਹਨਾਂ ਨੇ ਜਕੜਿਆ ਹੋਇਆ ਸਾਨੂੰ ਇੱਛਾਵਾਂ ਨੇ। ਕਹਿੰਦੇ ਰੱਬ ਤੁਹਾਡੇ ਅੰਦਰ ਪ੍ਰਗਟ ਹੋ ਸਕਦਾ ਹੈ, ਆਸਾ ਤੋਂ ਨਿਰਾਸ਼ ਹੋ ਜਾ। ਕਾਮ ਕ੍ਰੋਧ ਜੈ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਸਾਰੇ ਸ਼ਬਦ ਦਾ ਤੱਤ ਜਿਹੇ ਉੱਥੇ ਰੱਬ ਪ੍ਰਗਟ ਹੁੰਦਾ ਹੈ। ਕਾਮ ਅਤੇ ਕ੍ਰੋਧ ਤੁਹਾਨੂੰ ਛੂਣ ਵੀ ਨਾ। ਗਾਲ ਰਹੇ ਨੇ ਸਾਡੇ ਤਨ ਨੂੰ, ਅੰਦਰਲੇ ਸਰੀਰ ਨੂੰ ਗਾਲ ਰਹੇ ਨੇ, ਗੁਣਾਂ ਨੂੰ ਗਾਲ ਰਹੇ ਨੇ। ਜਿਵੇਂ ਸੁਹਾਗਾ ਸੋਨੇ ਨੂੰ ਗਾਲਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ ਆਖੋ ਵਾਹਿਗੁਰੂ। ਇਹ ਬਰਬਾਦੀ ਦਾ ਰਾਹ ਹੈ। ਇਹ ਕਾਮੰ ਨਰਕ ਵਿਸ਼ਰਾਂਗ ਬਹੁ ਜੋਨੀ ਪਰਮਾਵਣਾ। ਜੂਨਾਂ ਵਿੱਚ ਲਿਆ ਜਾਏਗਾ, ਨਰਕਾਂ ਵਿੱਚ ਸਿੱਟੇਗਾ ਇਹ ਕਾਮ ਵਾਸ਼ਨਾ। ਕਾਮ ਕ੍ਰੋਧ ਜੈ ਪਰਸੈ ਨਾਹਨ, ਤੇ ਘਟ ਬ੍ਰਹਮ ਨਿਵਾਸਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਹ ਸਾਰੀ ਜੁਗਤ ਨੂੰ ਕਿਵੇਂ ਬਣੇਗੀ? ਇਹ ਔਗੁਣ ਕਿਵੇਂ ਨਿਕਲਣਗੇ ਅੰਦਰੋਂ, ਗੁਣ ਕਿਵੇਂ ਪ੍ਰਕਾਸ਼ ਕਰਨਗੇ? ਗੁਰ ਕਿਰਪਾ ਜੇ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ। ਇਹ ਜੀਵਨ ਦੀ ਜੁਗਤ ਉਹਨਾਂ ਨੂੰ ਮਿਲੇਗੀ ਜਿਨ੍ਹਾਂ ਤੇ ਪੂਰੀ ਕਿਰਪਾ ਹੋਏਗੀ। ਗੁਰੂ ਦੀ ਕਿਰਪਾ ਮੰਗਣੀ ਪੈਂਦੀ ਹੈ। ਕਿਰਪਾ ਲਈ ਬੇਨਤੀਆਂ ਕਰਨੀਆਂ ਪੈਣਗੀਆਂ, ਜੋਦਰੀਆਂ ਕਰਨੀਆਂ ਪੈਣਗੀਆਂ, ਤਰਲੇ ਕੱਢਣੇ ਪੈਣਗੇ।
उसकी अवस्था की है। नानक लीन पयो गोविंद सिंह ज्यों पानी संग पानी आखो वाहिगुरू। जिवें पानी विच पानी एक मिक हो जाता है, इस अवस्था ते पहुंचिया मनुख परमात्मा दे विच लीन हो जाएगा। इस शिखर की अवस्था जे, इस तो उपर कोई अवस्था नहीं है। धन धन बाबा अतर सिंह मस्ताने साहब वालियां ने एक दिन किसी सिख ने सवाल किया, रूहानियत में सब नालों श्रेष्ठ अवस्था की है? तो धन बाबा अतर सिंह मस्ताने साहब वालियां ने धन गुरु तेग बहादुर साहब का शब्द पढ़ के सुनाया संगतां। इस तो उपर कोई खंड नहीं है। लीन ही हो गए रब विच, भेद ही हो गए। धन धन बाबा अतर सिंह मस्ताने साहब कहते इन शब्द दियां पंक्तियां अनुसार किते जीवन बन जाए, समझो तुसीं रब दे विच भेद हो गए, रब तक पहुंच गए। ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰ ਰਹੇ ਹਾਂ। ਬਨਾਰਸ ਪਹੁੰਚੇ ਨੇ ਪ੍ਰਚਾਰ ਦੌਰੇ ਤੇ। ਇੱਕ ਪੰਡਤ ਜੀ ਨੇ ਸਵਾਲ ਕੀਤਾ, ਬੁੱਧੀ ਦੇ ਹੁੰਦਿਆਂ ਮੁੱਖ ਖੁਰਾਏ ਕਿਉਂ ਪੈ ਜਾਂਦਾ, ਭਟਕ ਜਾਂਦਾ? ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਪੰਡਤ ਦੇ ਸਵਾਲ ਦਾ ਜਵਾਬ ਦੇ ਰਹੇ ਨੇ। ਕਹਿਣ ਲੱਗੇ ਬੁੱਧੀ ਤ੍ਰਿਸ਼ਨਾ ਦੇ ਅਧੀਨ ਹੈ, ਤ੍ਰਿਸ਼ਨਾ ਹਉਮੈ ਚੋਂ ਪੈਦਾ ਹੁੰਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਸੁਣਾ ਰਹੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਕਾਰ ਅੰਦਰ ਨੱਚਣ ਲੱਗ ਜਾਂਦੇ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਦੋਂ ਮਾਇਆ ਦਾ, ਤ੍ਰਿਸ਼ਨਾ ਦਾ, ਹਉਮੈ ਦਾ ਗਲਬਾ ਪੈਂਦਾ ਤੇ ਕਹਿਣ ਲੱਗੇ ਧਰਮ ਦੇ ਵਿੱਚ ਕਰਨੀ ਪ੍ਰਧਾਨ ਹੈ। ਉੱਥੇ ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਬਦ ਪੜਿਆ ਸੀ, ਸਾਧੋ ਮਨ ਕਾ ਮਾਨ ਤਿਆਗੋ। ਜੇ ਛੱਡਣਾ ਚਾਹੁੰਦੇ ਹੋ ਗੁਰਮੁਖ ਪਿਆਰੋ, ਹੰਕਾਰ ਛੱਡੋ। ਬਾਬਾ ਕਬੀਰ ਤਾਂ ਕਹਿੰਦੇ ਮਾਇਆ ਵੀ ਛੱਡ ਦਿੱਤੀ, ਘਰ-ਬਾਰ ਛੱਡ ਦਿੱਤਾ, ਕੀ ਤਿਆਗਿਆ? ਤਾਂ ਛੱਡਣਾ ਸੀ ਮਾਣ, ਉਹ ਨਾਲ ਚੁੱਕੇ ਫਿਰਦੇ। ਕਬੀਰ ਮਾਇਆ ਤਜੀ ਤਾਂ ਕਿਆ ਪਿਆ, ਜੋ ਮਾਨ ਤਜਿਆ ਨਾ ਜਾਏ। ਮਾਨ ਮੁਨੀ ਮਨ ਵਰ ਗਲੇ, ਮਾਨ ਸਭੈ ਕੋ ਖਾਏ। ਬੜੇ ਬੜੇ ਰਿਸ਼ੀ ਮੁਨੀਆਂ ਨੂੰ ਗਾਲ ਕੇ ਰੱਖ ਦਿੱਤਾ, ਤਬਾਹ ਕਰ ਦਿੱਤਾ ਇਸ ਮਾਨ ਨੇ। ਇਤਨਾ ਭਿਆਨਕ ਰੋਗ ਜੇ। हम बड़ कब कलीन, हम पंडित, हम जोगी सन्यासी। मेरे वर्गा गुणी कोई नहीं, मेरे वर्गा ज्ञानी कोई नहीं, मेरे वर्गा पंडित कोई नहीं, मेरे वर्गा सन्यासी कोई नहीं। कमाई करके गुण ले ले। हम बड़ कब कलीन, हम पंडित, हम जोगी सन्यासी। ज्ञानी गुणी सूर हम दाते, ज्ञानवान बन गया, सूरमा बन गया, दानी बन गया। ये बुद्ध कब है नासी, अंदरों हंकार छड्डना सी, वो नाल ही चुकी फिरदा पंड। सब जीरो हो गए, तुहाडे गुण मिट्टी हो गए। इतना भयानक रोग है। जे सफल जीवन जिउना चाहते हो, धन गुरु तेग बहादुर साहब कहते साधो मन का मान छड्डो, हंकार हंकार छड्डण लई नित अरदास करनी पएगी। ਜਦੋਂ ਨਿਤਨੇਮ ਕਰਦੇ ਆ ਨਾ ਪੰਜ ਬਾਣੀਆਂ ਦਾ ਸ਼ਾਮ ਨੂੰ ਰਹਿਰਾਸ ਵੇਲਾ, ਇੱਕ ਨੇਮ ਬਣਾ ਲਓ, ਸਤਿਗੁਰੂ ਕਿਰਪਾ ਕਰੋ, ਮੇਰੇ ਵੱਸ ਦੀ ਗੱਲ ਨਹੀਂ, ਹਉਮੈ ਤੋਂ ਬਚਾ ਕੇ ਰੱਖਣਾ, ਅੰਤਮ ਸਵਾਸਾਂ ਤੱਕ ਹਉਮੈ ਤੋਂ ਬਚਾ ਕੇ ਰੱਖਣਾ। ਜੇ ਮੰਗੋਗੇ ਨਾ ਸਤਿਗੁਰੂ ਆਪ ਤੁਹਾਨੂੰ ਹਿਦਾਇਤ ਦੇਣਗੇ, ਮੰਗਣਾ ਪਏਗਾ। ਕਾਮ ਕ੍ਰੋਧ ਸੰਗਤ ਦੁਰਜਨ ਕੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕੀ ਪੰਕਤੀ ਦੇ ਵਿੱਚ ਬ੍ਰਹਮ ਗਿਆਨ ਦੱਸ ਰਹੇ ਹਨ। ਕਹਿੰਦੇ ਕਾਮ ਅਤੇ ਕ੍ਰੋਧ ਇਹ ਭੈੜੇ ਮਨੁੱਖ ਦੀ ਸੰਗਤ ਦੀ ਤਰ੍ਹਾਂ ਦੇ। ਸੰਗਤ ਦੁਰਜਨ ਕੀ ਤਾਤੇ ਐ ਨਿਸਭਾਗੋ। ਛੱਡੋ ਇਹਨਾਂ ਦੋਨਾਂ ਵਿਕਾਰਾਂ ਨੂੰ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਐ ਨਿਸਭਾਗੋ। ਸੁਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ। ਸੁਖ ਅਤੇ ਦੁੱਖ ਨੂੰ ਇੱਕੋ ਜਿਹਾ ਸਮਝੋ। ਮਾਣ ਮਿਲ ਰਿਹਾ ਖੁਸ਼ ਨਾ ਹੋਵੋ, ਬੇਇੱਜ਼ਤੀ ਹੋ ਗਈ ਰੋਵੋ ਨਾ। ਹਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਜੀਵਨ ਦੀ ਅਸਲੀਅਤ ਉਹਨਾਂ ਨੇ ਸਮਝੀ, ਖੁਸ਼ੀ ਅਤੇ ਗਮੀ 'ਚ ਇੱਕੋ ਜਿਹਾ ਜੀਵਨ ਬਣ ਗਿਆ। ਖੁਸ਼ੀ ਵਿੱਚ ਨੱਚੋ ਟੱਪੋ ਨਾ, ਗਮੀ ਵਿੱਚ ਰੋਵੋ ਨਾ। ਹਰਖ ਸੋਗ ਤੇ ਰਹਿ ਅਤੀਤਾ, ਨਿਰਲੇਪ ਹੋ ਜਾਓ, ਕੋਈ ਤੁਹਾਡੇ ਤੇ ਪ੍ਰਭਾਵ ਨਾ ਹੋਵੇ ਨਾ ਦੋਨਾਂ ਦਾ। ਤਿੰਨ ਜਗ ਤਤ ਪਛਾਨਾ, ਅਸਲ ਵਿੱਚ ਜੀਵਨ ਦੀ ਉਹਨਾਂ ਨੂੰ ਸਮਝ ਆਈ ਹੈ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਮਾਨਾ ਆਖੋ ਵਾਹਿਗੁਰੂ। ਕਿਸੇ ਮਨੁੱਖ ਦੀ ਝੂਠੀ ਉਸਤਤ ਕਰਨੀ ਛੱਡੋ, ਨਿੰਦਿਆ ਸੁਣਨੀ ਛੱਡੋ, ਨਿੰਦਿਆ ਕਰਨੀ ਛੱਡੋ, ਦੋਨੋਂ ਛੱਡਣਾ ਪੈਣਾ। ਖੋਜੈ ਪਦ ਨਿਰਮਾਨਾ, ਇਹ ਹੈ ਵਾਸ਼ਨਾ ਤੋਂ ਰਹਿਤ ਉੱਚੀ ਅਵਸਥਾ ਪ੍ਰਾਪਤ ਕਰਨ ਦੀ ਗੱਲ। ਪਰ ਅਖੀਰ ਵਿੱਚ ਕਹਿ ਕੇ ਜਨ ਨਾਨਕ ਕੇ ਖੇਡ ਕਟਨ ਹੈ, ਖੇਲ ਕਟਨ ਹੈ, ਕਿਨਹੂ ਗੁਰਮੁਖ ਜਾਨਾ। ਇਹ ਖੇਲ ਕਿਹੜੀ ਹੈ? ਹਰਖ ਅਤੇ ਸੋਗ ਵਿੱਚ ਇੱਕੋ ਜਿਹੇ ਹੋਣਾ, ਮਾਨ ਅਤੇ ਅਪਮਾਨ ਨੂੰ ਛੱਡ ਦੇਣਾ, ਖੁਸ਼ੀ ਅਤੇ ਗਮੀ ਨੂੰ ਇੱਕੋ ਜਿਹਾ ਸਮਝਣਾ, ਵਿਕਾਰਾਂ ਤੋਂ ਉੱਪਰ ਉੱਠ ਜਾਣਾ। ਇਹ ਹੈ ਖੇਲ। ਇਹ ਆਤਮਿਕ ਜੀਵਨ ਦੀ ਖੇਲ ਬੜੀ ਔਖੀ ਜੇ, ਕਠਨ ਹੈ। ਔਗੁਣਾਂ ਨੂੰ ਅੰਦਰੋਂ ਕੱਢ ਦੇਣਾ ਤੇ ਗੁਣਾਂ ਦਾ ਅੰਦਰ ਪ੍ਰਕਾਸ਼ ਹੋ ਜਾਣਾ, ਇਹ ਹੈ ਜੀਵਨ ਦੀ ਖੇਡ।
किन्हू गुरमुख, किसे गुरमुख ने धन गुरु नानक की किरपा नाल ये खेड खेड सके है, ये अपने अंदर औगण कढ़ सके है। कुट्टू पिंड पहुंचे धन गुरु तेग बहादुर साहब। ध्याना जिमीदार ने घोड़े की लगाम फड़ी तो अपने घर लै गया। बेनती की रब दे मिलन का कोई राह दसो, आखो वाहिगुरू। पढ़िए इतिहास, बहुत कुछ मिलेगा तुहानूं इतिहास विचों। ते धन गुरु तेग बहादुर साहब ने उत्थे फिर शब्द उचारे है ध्याना जिमीदार दे सामने कटू पिंड विच। काहे रेबन खोजन जाए, रब दे मिलन की जुग दस रहे हैं। जंगल विच की करन चले हैं। सर्ब निवासी सदा लेपा तू ही संग समाई, आखो वाहिगुरू। जिस रब नूं मिलना चाहुंदा वो तो तेरे नाल है, हर थां ते सारिਆਂ ਦੇ ਵਿੱਚ बैठा है। निर्लेप है पर साडे अंदर औगण ने विकार ने, पर रब अंदर वसदा होया भी निर्लेप जे, उन्होंने कोई औगण नहीं विकार नहीं है। सर्व निवासी सदा लेपा तो ही संग समाई। बहुप मद ज्यों बास बसत है, मुकर माहे जैसे छाई। जिमें फुल दे भी सुगंधी है, शीशे विच अपना अक्स दिखाई देता है। तैसे ही हर बसै निरंतर, कट ही खोजो पाई। धन गुरु तेग बहादुर साहब कहते जिमें फुल विच सुगंधी है, शीशे विच अपना अक्स दिखाई देता। रब एक रस तुहाडे अंदर वरत रहा जे, ते अंदरों लभना पएगा, अंदर जाना पएगा, तुहानूं हिरदे विच टिकना पएगा। अमृत वेले सुरत अते शब्द का अभ्यास करना पएगा। यह है घट दे अंदर जाना, यह है हिरदे च खोजना। ਅਸੀਂ ਬਾਹਰ ਹੀ ਭਟਕ ਰਹੇ ਹਾਂ, ਮੇਰੀ ਤਾਂ ਆਪਣੀ ਹਾਲਤ ਹੈ। ਘੱਟ ਹੀ ਖੋਜੋ ਭਾਈ, ਜੇ ਰੱਬ ਨੂੰ ਮਿਲਣਾ ਫਿਰ ਅੰਤਰਮੁਖੀ ਹੋਣਾ ਪਏਗਾ, ਚਿੰਤਨ ਕਰਨਾ ਪਏਗਾ। ਪੰਥ ਰਤਨ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਕਹਿੰਦੇ ਸੀ ਘੱਟੋ ਘੱਟ 1.25 ਘੰਟੇ ਦਾ ਚੌਕੜਾ ਚਾਹੀਦਾ ਸੁਰਤ ਦੇ ਸ਼ਬਦ ਅੰਮ੍ਰਿਤ ਵੇਲੇ ਦਾ। 1.25 ਘੰਟੇ ਦਾ ਚੌਕੜਾ ਸੁਰਤ ਸ਼ਬਦ ਦੇ ਵਿੱਚ ਲੀਨ ਹੋ ਜਾਏ, ਕੁਛ ਨਾ ਪਤਾ ਚੱਲੇ ਅਸੀਂ ਕਿੱਥੇ ਬੈਠੇ ਹਾਂ, ਕੀ ਹੋ ਰਿਹਾ। ਸ਼ਬਦ ਰਹਿ ਜਾਏ, ਇੱਕ ਸਿੱਖ ਰਹਿ ਜਾਏ, ਬਸ अंदरों निकल जाए सब कुछ, फुरने सड़ जान। यह है घट ही खोजो, अंदरों जाना पएगा, अंदर चिंतन भी टिकना पएगा। बाहर ही भटक रहे हैं। बाहर भीतर एको जानो, यह गुरु ज्ञान बताई। धन गुरु तेग बहादुर साहब कहते एक गुरु दे ज्ञान का मार्ग जो उपदेश है। अंदर भी उस रब नूं देखो तो बाहर भी देखो, सारिਆਂ ਵਿੱਚ देखो। धन भाई कन्हैया जी वर्गे नेत्र मिल जान। मैं किसी तुरक नूं पानी नहीं पिलाया, धन गुरु गोबिंद सिंह महाराज तुहाडे मुख विच पानी पाया तक। ऐसी समदृष्टि सी उन्हां दी। बाहर भीतर एको जानो, उन्हां सारिਆਂ विचों नजर आ। तुरक विचों भी धन गुरु गोबिंद सिंह महाराज दे दर्शन हो रहे हैं, सारिਆਂ चों। बाहर भीतर एको जानो, ये गुरु ज्ञान बताई। जन नानक बिन आपा चीना, मिटै ना भरम की काई, आखो वाहिगुरू। जदों तक निज दी पड़चोल नहीं करोगे, अपनी किताब खोलो, अपनी किताब पढ़िया करो। मेरे अंदरों किहड़े माड़े फुरने निकल रहे हैं इस समय, किहड़ियां वासनावां दीयां चिंगाड़ियां। यह अपनी किताब पढ़नी, मतलब बाहरले दूजियां दी किताबां खोल रहे, दूजियां दी गल कर रहे हैं। फरीदा जे तू अकल लतीफ, काले लिखना ले। दूजियां बारे सोच रहे हैं, चर्चा कर रहे हैं। अपने गिरीवान में सिर नीवा कर कदे अपने अंदर झात मारी है तू। झात मार अपने अंदर, यह आपा चिन्हना, सैल्फ एनालिसिस, जिसनों भाई वीर सिंह कहते जदों तक अपने आप नूं नहीं पड़चोलोगे, नहीं रूहानियत वाल वध सकते, नहीं धर्मी बन सकते। किसी के अवगुण चुकांगे, 3 उंगलां साडे अपने वाल होंदे, 1 उंगल उस वाल करते हैं। क्यों किसी के अवगुण फरोलदे हैं? ढकीए अपनियां बुराइयां नूं दूर कर, अपने अंदरों कमजोरियां दूर कर। मैनूं 40 साल हो गए धर्म के राह ते तुरदे, अजे तक काम क्रोध लोभ मोह अहंकार निंदिया चुगली ईर्खा द्वैत साड़ा अजे तक अंदर पूरा ककट भरिया पिया, निकलिया नहीं है। साधना तो यह करनी सी, कमाई तो यह करनी सी, अरदासां करनियां सी, अंदरों ये निकल जाते हैं। 40 साल करन तो बाद भी उत्थे खड़े हैं जो पहला खड़ा सी। पूरा सतगुरु क्या करे, जाओ सिखा मैं चुक ते गुरु नूं ब्लेम ना करना। ये मेरी अपनी कमजोरी है, मैं कमाई गुरु की मत अनुसार नहीं कर सकिया, नहीं विकार गए दिता। जन नानक बिन आपा चीना, जदों तक सैल्फ एनालिसिस अपने निज की पड़चोल नहीं करोगे, मिटा ना भरम की काई। धन गुरु तेग बहादुर साहब कहते भरम दियां दीवारां नहीं टुटणियां, ये भटकना नहीं मुकनी, बनी रहेगी। 57 श्लोक ने ना, यतन करिए 12 अप्रैल 2021 धन गुरु तेग बहादुर साहब का 400 साला प्रकाश करवा रहे हैं।
ਨਿਤਨੇਮ ਦੇ ਵਿੱਚ 57 ਸ਼ਲੋਕ ਰੋਜ਼ਾਨਾ ਪੜ੍ਹਨੇ ਸ਼ੁਰੂ ਕਰ ਦਿਓ, 5 ਜਾਂ 7 ਮਿੰਟ ਲੱਗਦੇ ਨੇ ਸਿਰਫ। 12 ਅਪ੍ਰੈਲ ਤੱਕ ਕਰੀਏ ਨਾ ਇੱਕ ਸਹਿਜ ਪਾਠ। 12 ਅਪ੍ਰੈਲ ਤੋਂ ਪਹਿਲਾਂ ਜਿਤਨੀਆਂ ਸੰਗਤਾਂ ਜਿੱਥੇ ਵੀ ਜਵਾਜ਼ ਜਾ ਰਹੀ ਹੈ, 12 ਅਪ੍ਰੈਲ ਤੱਕ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ। 500 ਸਾਲਾ ਸਾਡੇ ਜੀਵਨ 'ਚ ਨਹੀਂ ਆਉਣਾ। 100 ਸਾਲ ਕਿਹਨੇ ਬੈਠਣਾ ਇੱਥੇ? ਤੇ ਜੇ ਭਾਗ ਜਾਗ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ, ਫਿਰ ਅਸੀਂ ਇੱਕ ਸਹਿਜ ਪਾਠ ਕਰਕੇ ਬਣਾਈਏ। ਆ ਪਹਿਲੇ ਸ਼ਲੋਕ ਹੈ ਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ, ਗੁਣ ਗੋਬਿੰਦ ਗਾਇਓ ਨਹੀਂ ਜਨਮੈ ਕਾਰਤ ਕੀ, ਕਹੋ ਨਾਨਕ ਹਰਿ ਭਜ ਮਨਾ ਜੈ ਵਿਦ ਜਲ ਕੋ। ਕੀ ਕਹਿ ਰਹੇ ਨੇ? ਕਹਿੰਦੇ ਤੈਨੂੰ ਗੁਣ ਗਾਉਣ ਲਈ ਭੇਜਿਆ ਸੀ, ਜੇ ਨਹੀਂ ਗਾਏ ਤੇਰਾ ਸਮਾਂ ਹੀ ਵੇਸਟ ਹੋ ਗਿਆ, ਜਨਮ ਅਜਾਈ ਚਲਿਆ ਗਿਆ। ਤੇ ਸਵਾਲ ਪੈਦਾ ਹੁੰਦਾ ਹੁਣ ਗੁਣ ਕਿਸ ਲਈ ਗਾਣੇ ਨੇ? ਅਸੀਂ ਲੋੜ ਕੀ ਹੈ ਸਾਨੂੰ? ਕਿਉਂਕਿ ਸਾਡੇ ਅੰਦਰ ਕਮਜ਼ੋਰੀਆਂ ਨੇ, ਔਗੁਣ ਨੇ। ਇਹ ਜਨਮਾਂ ਜਨਮਾਂਤਰਾਂ ਦੀ ਮੈਲ ਭਰੀ ਪਈ ਹੈ। ਇਹ ਸੜੇਗੀ ਕੇਵਲ ਸਿਫਤ ਕਰਕੇ, ਕੇਵਲ ਮਹਿਮਾ ਗਾ ਕੇ, ਕੇਵਲ ਗੁਣ ਗਾ ਕੇ। ਹੋਰ ਕੋਈ ਦਵਾਈ ਨਹੀਂ ਜੇ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ ਬਿਖੈ ਲਾਖੋ ਵਾਹਿਗੁਰੂ। ਇਹ ਸੜੇਗੀ ਹਉਮੈ, ਇਹ ਮੈਲ ਸੜੇਗੀ ਕੇਵਲ ਗੁਣ ਕਰਕੇ। ਇਸ ਕਰਕੇ ਮੈਨੂੰ ਗਾਣੇ ਪੈਣੇ ਨੇ, ਨਿਤ ਗਾਉਣੇ ਪੈਣੇ ਨੇ, ਨਿਤ ਗਾਉਣੇ ਪੈਣੇ। ਭਗਤਾਂ ਦਾ ਵੀ 5 ਤੱਤਾਂ ਦਾ ਸਰੀਰ ਹੈ ਤੇ ਸਾਡਾ ਸਾਰਿਆਂ ਦਾ। ਉਹ ਰੱਬ ਨੂੰ ਕਿਉਂ ਚੰਗੇ ਲੱਗਦੇ ਨੇ? ਇੱਕੋ ਹੀ ਉਹਨਾਂ ਦੇ ਅੰਦਰ ਕਰਮ ਦੇ, ਉਹ ਗੁਣ ਗਾ ਰਹੇ ਨੇ ਬਸ। ਉਹਨਾਂ ਨਿੰਦਿਆ ਚੁਗਲੀ ਛੱਡ ਦਿੱਤੀ ਹੈ। ਉਹ ਰੱਬ ਦੀ ਉਸਤ ਵਿੱਚ ਲੀਨ ਹੋ ਗਏ। ਭਗਤ ਤੇਰਾ ਮਨ ਭਾਵਦੇ, ਦਰ ਸੋਹਣ ਕੀਰਤ ਗਾਉਂਦੇ, ਤੇਰੇ ਦਰ ਤੇ ਬੜੇ ਸ਼ੋਭਾ ਵਾਲੇ ਨੇ, ਚੰਗੇ ਲੱਗਦੇ, ਗਾ ਰਹੇ ਨੇ। ਅੱਜ ਪ੍ਰਣ ਕਰਕੇ ਜਾਏ। ਫਿਰ ਜਿਨ੍ਹਾਂ ਸ਼ਹੀਦਾਂ ਦੇ ਨਾਲ ਪਿਆਰ ਹੈ ਨਾ, ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗੇ ਅਸੀਂ ਭੁੱਲ ਕੇ ਵੀ, ਕੋਈ ਵੀ ਬੈਠੇ ਜੇ। ਜਿਨ੍ਹਾਂ ਤਿੰਨਾਂ ਮਰਜੀਵੜੇ ਗੁਰਸਿੱਖਾਂ ਨਾਲ ਪਿਆਰ ਹੈ ਨਾ, ਅੱਜ ਤੋਂ ਬਾਅਦ ਪ੍ਰਣ ਕਰਕੇ ਜਾਓ। ਮੇਰੀਆਂ ਭੈਣਾਂ ਬੈਠੀਆਂ, ਕਿਸੇ ਨੇ ਆਈਬਰੋ ਨਹੀਂ ਬਣਾਉਣਾ। ਇੱਕ ਰੋਮ ਨੂੰ ਵੀ ਛੇੜਨਾ ਬਹੁਤ ਵੱਡਾ ਪਾਪ ਜੇ, ਗੁਨਾਹ ਜੇ। ਰੱਬ ਨੇ ਜੋ ਸੂਰਤ ਦਿੱਤੀ ਅਸੀਂ ਐਜ ਇਟ ਇਜ਼ ਵਾਪਸ ਕਰਨੀ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾ। ਉਸਨੂੰ ਚੰਗਾ ਲੱਗਿਆ ਰੋਮ ਲਾਏ ਨਾ। ਅਸੀਂ ਫੈਸ਼ਨ ਪਸਤੀ ਕਰਕੇ ਲੋਕ ਲਾਜ ਪਿੱਛੇ ਗੁਨਾਹ ਕਰ ਰਹੇ ਹਾਂ। ਅਸੀਂ ਅੱਜ ਤੋਂ ਬਾਅਦ ਸੰਕਲਪ ਕਰੀਏ, ਕਿਸੇ ਨੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ। ਅਸੀਂ ਸਾਰਿਆਂ ਨੇ ਖੰਡੇ ਬਾਟੇ ਦੀ ਭੋਲ ਅੰਮ੍ਰਿਤ ਛਕਣੇ ਛਕਣਾ। 400 ਸਾਲਾ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਆ ਰਿਹਾ ਧੰਨ ਗੁਰੂ ਤੇਗ ਬਹਾਦਰ। 4 ਮਹੀਨੇ ਬਾਕੀ ਨੇ। ਇੱਥੇ ਇੱਕ ਸਹਿਜ ਪਾਠ ਆਪਾਂ ਕਰਨਾ ਹੈ 12 ਅਪ੍ਰੈਲ ਤੱਕ। ਉੱਥੇ ਰੋਜ਼ਾਨਾ 57 ਸ਼ਲੋਕਾਂ ਦਾ ਨਿਤਨੇਮ ਕਰਨਾ ਹੈ। ਉੱਥੇ ਅਸੀਂ ਸਾਰਿਆਂ ਨੇ ਜਿਤਰ ਕਰਨਾ। ਇਹ ਸ਼ਤਾਬਦੀ ਸਾਰਿਆਂ ਨੇ ਗੁਰੂ ਵਾਲੇ ਬਣ ਕੇ ਬਣਾਉਣੇ, ਕਿਸੇ ਨੇ ਨਿਗੋਰੇ ਨਹੀਂ ਰਹਿਣਾ। ਨਿਗੋਰੇ ਕਹਾ ਨੌ ਬੜਾ ਤੁਹਾਡਾ ਕੀਤਾ ਹੋਇਆ ਜਪ ਤਪ ਲਿਖੇ ਨਹੀਂ ਪੈ ਰਿਹਾ। ਜਿਸ ਕੁਆਰੀ ਕੰਨਿਆ ਦਾ ਜੇ ਰਿਸ਼ਤਾ ਨਹੀਂ ਹੋ, ਕੀ ਦੱਸੇਗੀ ਮੇਰੇ ਪਤੀ ਦਾ ਨਾਂ? ਕਿਤੇ ਚੋਣ ਹੀ ਨਹੀਂ ਹੋਈ। ਤੁਹਾਡਾ ਅਜੇ ਗੁਰੂ ਨਾਨਕ ਦੇ ਗ੍ਰਹਿ ਵਿਖੇ ਜਨਮ ਹੀ ਨਹੀਂ ਹੋਇਆ। ਅਜੇ ਸਾਨੂੰ ਜਪਣ ਦਾ ਫਲ ਨਹੀਂ ਜੇ ਮਿਲ ਰਿਹਾ। ਸਮਾਂ ਲਾ ਰਹੇ ਹਾਂ ਪਰ ਫਲ ਨਹੀਂ ਮਿਲਿਆ। ਮਨਮੁਖ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਵੇ। ਨਾ ਗਿਆਨੀ ਗੁਰ ਬਿਨ ਭਗਤ ਨਾ ਹੋਵੇ। ਗੁਰੂ ਤੋਂ ਬਿਨਾਂ ਭਗਤੀ ਨੂੰ ਫਲ ਨਹੀਂ ਜੇ ਮਿਲਣਾ। ਤੇ ਸਾਰਿਆਂ ਨੇ ਗੁਰੂ ਵਾਲੇ ਬਣਨਾ। ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਹੋਈਆਂ ਭੁੱਲਾਂ ਦੀ ਖਿਮਾ, ਅੱਗੇ ਵਾਸਤੇ ਸੀਸ ਬਖਸ਼ਣੀ। ਗੁਰੂ ਦੀ ਮਾਤਾ ਤੇ ਨਜ਼ਰ ਕਰਕੇ ਸੇਵਾ ਹੋ ਸਕੇ। ਸਾਰਿਆਂ ਦਾ ਧੰਨਵਾਦ। ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ, ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਸਾਡੇ ਆਉਣ ਵਾਲੇ ਵੀਡੀਓਜ਼ ਬਾਰੇ ਤੁਹਾਨੂੰ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।